ਧੰਨ ਵਾਹਿਗੁਰੂ ਸਾਹਿਬ ਜੀਓ। ਪਾਵ ਸੁਹਾਵੇ ਜਾਤੋ ਧਿਰ ਝੁਲਦੇ, ਸੀਸ ਸੁਹਾਵਾ ਚਰਨੀ। ਮੁਖ ਸੁਹਾਵਾ ਜਾਤੋ ਜਸ ਗਾਵੈ, ਜਿਉ ਪਿਆ ਤਉ ਸ਼ਰਣੀ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਆਪ ਜੀਆਂ ਨੇ ਗੁਰੂ ਚਰਨਾਂ 'ਚ ਬੈਠ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਪਾਠ ਸਰਵਣ ਕੀਤੇ। ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹੋਏ। ਆਓ ਸਾਧ ਸੰਗਤ ਸ਼ਬਦ ਵਿਚਾਰ ਨਾਲ ਜੁੜੀਏ। ਕਰੋ ਕਿਰਪਾ ਸਾਰੇ ਮਾਈ ਭਾਈ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਯਾਦ ਹੋਏਗਾ ਕਿ ਸਾਧ ਸੰਗਤ ਜੀ ਭਗਤ ਸਾਹਿਬਾਨਾਂ ਦੀ ਬਾਣੀ ਦੀ ਵਿਚਾਰ ਜੋ ਚੱਲ ਰਹੀ ਹੈ, ਭਗਤ ਬੇਣੀ ਜੀ ਦੇ ਸ਼ਬਦ ਨੂੰ ਆਪਾਂ ਵਿਚਾਰਨ ਦਾ ਯਤਨ ਕੀਤਾ ਸੀ। ਪਰ ਪਿਛਲੇ ਹਫ਼ਤੇ ਆਪ ਜੀ ਨੂੰ ਪਤਾ ਕਿ ਨਵਾਂ ਸਾਲ ਜੋ ਆਰੰਭ ਹੋਇਆ, ਜਿਸ ਨੂੰ ਅਸੀਂ ਸਿੱਖ ਧਰਮ ਦੇ ਵਿੱਚ ਕਹਿ ਸਕਦੇ ਕਿ ਸਿੱਖ ਧਰਮ ਦਾ ਜਿਹੜਾ ਨਵਾਂ ਸਾਲ 1 ਚੇਤ 14 ਮਾਰਚ ਤੋਂ ਸ਼ੁਰੂ ਹੁੰਦਾ ਹੈ। ਇਸ ਕਰਕੇ ਆਪਾਂ ਉਸ ਦਿਨ ਚੇਤ ਮਹੀਨੇ ਦੀ ਵਿਚਾਰ ਕਰ ਲਈ ਸੀ ਅਤੇ ਸ਼ਬਦ ਦੀ ਵਿਚਾਰ ਆਪਣੀ ਰਹਿ ਗਈ ਸੀ। ਮੈਂ ਚਾਹੁੰਦਾ ਕਿ ਅੱਜ ਆਪਾਂ ਉਸ ਸ਼ਬਦ ਨੂੰ ਸੰਪੂਰਨ ਕਰ ਲਈਏ। 14 ਭਗਤ ਸਾਹਿਬਾਨਾਂ ਦੀ ਬਾਣੀ ਦੇ ਇੱਕ ਇੱਕ ਸ਼ਬਦ ਨੂੰ ਆਪਾਂ ਵਿਚਾਰ ਚੁੱਕੇ ਹਾਂ ਅਤੇ 15ਵੇਂ ਭਗਤ ਬੇਣੀ ਜੀ ਦੀ ਜੋ 3 ਸ਼ਬਦ ਨੇ ਉਹਨਾਂ ਵਿੱਚੋਂ ਆਪਾਂ ਇੱਕ ਸ਼ਬਦ ਨੂੰ ਵਿਚਾਰਨ ਦਾ ਯਤਨ ਕੀਤਾ ਸੀ। ਮੈਂ ਇਸ ਕਰਕੇ ਸ਼ਬਦ ਪੂਰਾ ਨਹੀਂ ਪੜ੍ਹਿਆ ਤਾਂ ਕਿ ਮੈਂ ਸਮੇਂ ਨੂੰ ਹੋਰ ਵੀ ਸਮੇਂ 'ਚ ਰਹਿ ਕੇ ਮੈਂ ਚਾਹੁੰਦਾ ਕਿ ਆਪਾਂ ਸ਼ਬਦ ਦੀ ਵਿਚਾਰ ਪੂਰੀ ਕਰ ਲਈਏ, ਕਿਉਂਕਿ ਸ਼ਬਦ ਲੰਬੇਰਾ ਹੈ, ਵਿਚਾਰ ਬਹੁਤ ਮੰਗਦਾ ਹੈ। ਪਰ ਅੱਜ ਆਪਾਂ ਕੋਸ਼ਿਸ਼ ਕਰਾਂਗੇ ਇਸ ਨੂੰ ਅਸੀਂ ਸੰਪੂਰਨ ਕਰ ਸਕੀਏ। ਉਹਨਾਂ ਦਾ ਸਾਧ ਸੰਗਤ ਜੀ ਪ੍ਰਭਾਤੀ ਰਾਗ ਦਾ ਸ਼ਬਦ ਆਪਾਂ ਲਿਆ ਸੀ। ਪ੍ਰਭਾਤੀ ਰਾਗ ਵਿੱਚ ਭਗਤ ਬੇਣੀ ਜੀ ਦਾ ਸ਼ਬਦ, ਜਿਸ ਦੀ ਆਰੰਭਤਾ ਹੁੰਦੀ ਹੈ ਕਿ ਪ੍ਰਭਾਤੀ ਭਗਤ ਬੇਣੀ ਜੀ ਕੀ, ਭਾਵ ਪ੍ਰਭਾਤੀ ਰਾਗ ਬੇਣੀ ਜੀ ਭਗਤ ਦਾ ਨਾਮ ਹੈ, ਜੀ ਕੀ ਦਾ ਭਾਵ ਹੈ ਸਤਿਕਾਰ ਵਜੋਂ ਵੀ ਉਹਨਾਂ ਦਾ ਸ਼ਬਦ ਅੱਗੇ ਲਿਖਿਆ ਜਾ ਰਿਹਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਸਮਝ ਪੈਂਦੀ ਹੈ। ਸ਼ਬਦ ਦੀ ਆਰੰਭਤਾ ਹੁੰਦੀ ਹੈ ਤਨ ਚੰਦਨ ਮਸਤਕ ਪਾਤੀ, ਰਿੱਧ ਅੰਤਰ ਕਰ ਤਲ ਕਾਤੀ। ਪਰ ਆਪਾਂ ਪਿਛਲੇ ਤੋਂ ਪਿਛਲੇ ਹਫ਼ਤੇ ਦੇ ਵਿੱਚ ਜਿਹੜੀ ਰਹਾਉ ਵਾਲੀ ਤੁਕ ਹੈ ਉਹਨੂੰ ਬੜਾ ਵਿਸਥਾਰ ਨਾਲ ਖੋਲ੍ਹਣ ਦਾ ਯਤਨ ਕੀਤਾ ਸੀ ਅਤੇ ਰਹਾਉ ਵਾਲੀ ਤੁਕ ਇੱਕ ਵਾਰ ਮੈਂ ਸਿਰਫ ਤੁਹਾਡੇ ਧਿਆਨ 'ਚ ਲਿਆ ਦਿਆਂ ਤਾਂ ਕਿ ਪਤਾ ਚੱਲ ਜਾਏ ਸ਼ਬਦ ਦੀ ਵਿਚਾਰ ਜੋ ਚੱਲਣੀ ਹੈ। ਕਲ ਭਗਵਤ ਬੰਦ ਚਿਰਾਮੰ, ਕਰੂਰ ਦਿਸ਼ਟ ਰਤਾ ਨਿਸਬਾਦੰ। ਭਗਤ ਬੇਣੀ ਜੀ ਰਹਾਉ ਵਾਲੀ ਤੁਕ ਵਿੱਚ ਕਹਿੰਦੇ ਨੇ ਕਲ ਭਗਵਤ, ਕਲ ਮੈਨੇ ਕਲਯੁਗ ਭਾਵ ਸਮਾਂ, ਭਗਵਤ ਮੈਨੇ ਭਗਵਾਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਉਹਦਾ ਕੋਈ ਵੀ ਨਾਮ ਹੈ, ਉਹਦੇ ਅੱਗੇ ਤੂੰ ਹੱਥ ਜੋੜ ਕੇ ਚਿਰਾਂ ਤੱਕ ਬੰਦਨਾ ਕਰਦਾ ਹੈ। ਕਲ ਭਗਵਤ ਬੰਦ ਚਿਰਾਮ, ਚਿਰਾਮ ਦਾ ਮਤਲਬ ਚਿਰਾਂ ਤੱਕ। ਰਿੱਧ ਅੰਤਰ ਕਰ ਤਲਕਾਤ, ਕਹਿ ਲਗੇ ਅੰਦਰ ਤੇਰੇ ਅਸਲ ਵਿੱਚ ਕਰੂਰ ਦ੍ਰਿਸ਼ਟੀ ਹੈ, ਦ੍ਰਿਸ਼ਟੀ ਤੇਰੀ ਜਿਹੜੀ ਹੈ ਉਹ ਠੀਕ ਨਹੀਂ। ਅਤੇ ਆਪਾਂ ਇਸ ਸ਼ਬਦ ਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਖੋਲ੍ਹਣ ਦਾ ਯਤਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਪਰਮਾਤਮਾ ਗੁਰੂ ਆਪਣੇ ਪਰਮੇਸ਼ਰ ਦੇ ਅੱਗੇ ਆ ਕੇ ਨਮਸਕਾਰ ਕਰਨੀ, ਬੰਦਨਾ ਕਰਨੀ, ਡੰਡੌਤ ਕਰਨੀ, ਹੱਥ ਜੋੜ ਕੇ ਖਲੋਣਾ, ਇਹਨੂੰ ਗੁਰੂ ਮਹਾਰਾਜ ਜੀ ਨੇ ਇੱਕ ਬੜਾ ਵੱਡਾ ਪੁੰਨ ਚੰਗਾ ਕਰਮ ਕਿਹਾ ਹੈ।
ਜਦੋਂ ਅਸੀਂ 16 शब्द की बाणी पढ़ते उहदे गुरु महाराज जी कृपा करते हैं, कर साधु अंजुली पुन वड्डा है। इवें हथ जोड़ के अपने गुरु दे अगे खलोना एक पुन वाला काम है। इस तो अगे कहते कर डंडौत पुन वड्डा है, कहने लगे डंडौत करनी भी एक वड्डा पुन है। पर जो सतगुरु महाराज जी आसा दी वार दी असीं बाणी पढ़ते हैं उहदे विच गिरी बिनवाज पातशाह महाराज जी कहते हैं सलाम जवाब दोवें करै मुढ़ों कुत्था जाए। ਜਾਂ ਉਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ ਸੀਸ ਨਵਾਏ ਕਿਆ ਥੀਏ ਜਾਂ ਹਿਰਦੈ ਕਸੁੱਤੇ ਜਾ। ਜਦੋਂ ਬਾਣੀ ਨੂੰ ਤੁਸੀਂ ਪੜ੍ਹੋਗੇ ਨਾ ਧਿਆਨ ਨਾਲ ਗੁਰਮੁਖੋ, ਇਉਂ ਤੁਹਾਨੂੰ ਮਹਿਸੂਸ ਜਿਹਾ ਹੋਵੇਗਾ ਕਿ ਸ਼ਾਇਦ ਵਿਰੋਧੀ ਭਾਵ ਹੈ, ਲੱਗੇਗਾ ਇਉਂ ਓਪਰੀ ਓਪਰੀ ਨਿਗਾਹ ਨਾਲ। ਪਰ ਜਦੋਂ ਡੰਗਿਆਈ ਤੱਕ ਜਾਓਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਤੇ ਵਿਰੋਧੀ ਭਾਵ ਨਹੀਂ ਤੁਹਾਨੂੰ ਨਜ਼ਰ ਆਏਗਾ ਵੀ ਇੱਥੇ ਤਾਂ ਮਹਾਰਾਜ ਹੋਰ ਕੁਝ ਕਹੀ ਜਾਂਦੇ, ਇੱਥੇ ਹੋਰ ਕੁਝ ਕਹੀ ਜਾਂਦੇ, ਲੱਗੇਗਾ ਪਰ ਹੈ ਨਹੀਂ ਅਸਲ ਵਿੱਚ। ਹੁਣ ਜਿਵੇਂ ਮੈਂ ਬੇਨਤੀ ਕੀਤੀ, ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਡੰਡੌਤ ਕਰਨੀ, ਨਮਸਕਾਰ ਕਰਨੀ ਬੜਾ ਵੱਡਾ ਪੁੰਨ ਹੈ। ਪਰ ਤੁਸੀਂ ਕਹੋਗੇ ਆਸਾ ਦੀ ਵਾਰ ਵਿੱਚ ਕਹਿੰਦੇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ। ਜਦੋਂ ਅਗਲੀ ਤੁਕ ਨੂੰ ਪੜ੍ਹ ਲੋਗੇ ਨਾ ਕਿ ਸੀਸ ਨਵਾਏ ਕਿਆ ਥੀਏ ਜਾਂ ਹਿਰਦੈ ਕਸੁੱਧੈ ਜਾਏ, ਉਹ ਗੱਲ ਸਪਸ਼ਟ ਹੋ ਜਾਏਗੀ ਤੇਰੀ ਡੰਡੌਤ ਕਰਨੀ ਮਾੜੀ ਨਹੀਂ, ਪਰ ਤੂੰ ਡੰਡੌਤ ਕਿਹੜੇ ਭਾਵ ਨਾਲ ਕਰ ਰਿਹਾ ਗੁਰੂ ਇਸ ਨੂੰ ਵੇਖਦਾ ਪਿਆ। ਖੈਰ ਮੈਂ ਜੇ ਫਿਰ ਰਹਾਉ ਵਾਲੀ ਤੁਕ ਵਾਲੇ ਬੰਨੇ ਨੂੰ ਜ਼ਿਆਦਾ ਤੁਰ ਪਿਆ ਤੇ ਸ਼ਬਦ ਰਹਿ ਨਾ ਜਾਵੇ। ਭਗਤ ਬੇਣੀ ਜੀ ਕਿਰਪਾ ਕਰਦੇ ਨੇ ਤਨ ਚੰਦਨ ਮਸਤਕ ਪਾਤੀ, ਤਨ ਦੇ ਉੱਤੇ ਤੂੰ ਚੰਦਨ ਲਾਉਂਦਾ ਹੈ। ਮਸਤਕ ਦਾ ਮਤਲਬ ਹੁੰਦਾ ਸਾਧ ਸੰਗਤ ਜੀ ਆ ਮੱਥਾ, ਪਾਤੀ ਮੈਣੇ ਪੱਤਰ। ਇਹਨੂੰ ਸ਼ਬਦ ਨੂੰ ਐਉਂ ਸਮਝ ਲਓ ਸੌਖਾ ਜਿਹਾ। ਭਗਤ ਬੇਣੀ ਜੀ ਇੱਕ ਉਸ ਮਨੁੱਖ ਦਾ ਨਕਸ਼ਾ ਸਾਡੇ ਸਾਹਮਣੇ ਰੱਖਦੇ ਪਏ ਨੇ ਤਾਂ ਕਿ ਗੱਲ ਸੌਖੀ ਸਮਝ ਵਿੱਚ ਆ ਜਾਵੇ। ਭਗਤ ਬੇਣੀ ਜੀ ਇਸ ਸ਼ਬਦ ਵਿੱਚ ਇੱਕ ਨਕਸ਼ਾ ਸਾਡੇ ਸਾਹਮਣੇ ਰੱਖਦੇ ਹੋ। ਨਕਸ਼ਾ ਕੀ ਹੈ? ਕਹਿਣ ਲੱਗੇ ਮਨੁੱਖ ਬਾਹਰੀ ਤੌਰ 'ਤੇ ਤਾਂ ਧਰਮੀ ਹੈ, ਜਾਂ ਇਉਂ ਕਹਿ ਲਓ ਬਾਹਰੀ ਤੌਰ 'ਤੇ ਮਨੁੱਖ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ। ਜਦੋਂ ਸ਼ਬਦ ਨੂੰ ਸਮਝਾਂਗੇ ਤਾਂ ਗੱਲ ਪੂਰੀ ਪਕੜ 'ਚ ਆ ਜਾਏਗੀ। ਭਗਤ ਬੇਣੀ ਜੀ ਦਾ ਕਹਿਣ ਦਾ ਭਾਵੇਂ ਸਾਰੇ ਸ਼ਬਦ ਵਿੱਚ ਹੈ ਹੇ ਮਨੁੱਖ, ਹੇ ਧਰਮਾਤਮਾ, ਹੇ ਸਾਧੂ ਜਨ, ਹੇ ਗੁਰਮੁਖ ਜਨ, ਜਾਂ ਇਉਂ ਕਹਿ ਲਓ ਆਪਣੇ ਆਪ ਨੂੰ ਕਹਿ ਕੇ ਲਵਾਂ ਹੇ ਗੁਰਸਿੱਖਾ, ਤੇਰਾ ਬਾਹਰੀ ਤੌਰ 'ਤੇ ਪ੍ਰਭਾਵ, ਬਾਹਰੀ ਤੌਰ 'ਤੇ ਚਿਹਰਾ ਮੋਹਰਾ ਦੇਖਣੀ ਵੇਖਣੀ, ਤੇਰਾ ਲਿਬਾਸ, ਇਹ ਸਾਰਾ ਕੁਝ ਕੀ ਪ੍ਰਭਾਵ ਪਾਉਂਦਾ ਹੈ, ਪਰ ਤੂੰ ਅੰਦਰੋਂ ਕੀ ਹੈ ਇਹ ਤੇਰੀ ਅੰਦਰਲੇ ਜੀਵਨ ਨੂੰ ਜਾਂ ਗੁਰੂ ਜਾਣਦਾ ਜਾਂ ਤੂੰ ਫਿਰ ਖੁਦ ਆਪ ਜਾਣਦਾ ਹੈ। ਭਗਤ ਜੀ ਨੇ ਜਿਹੜਾ ਨਕਸ਼ਾ ਖਿੱਚਿਆ ਕਹਿੰਦੇ ਤਨ ਚੰਦਨ ਮਸਤਕ ਪਾਤੀ ਰਿੱਧ ਅੰਤਰ ਕਰ ਤਲ ਕਾਤੀ। ਪਹਿਲੀਆਂ ਤੁਕਾਂ ਵਿੱਚ ਕਹਿੰਦੇ ਨੇ ਤੂੰ ਆਪਣੇ ਸਰੀਰ ਉੱਤੇ ਚਾਂਦਨ ਲਾਇਆ ਹੈ, ਮੱਥੇ ਉੱਤੇ ਪੱਤਰ ਵੀ ਲਾਉਂਦਾ ਹੈ। ਪਰ ਭਗਤ ਬੇਣੀ ਜੀ ਕਹਿੰਦੇ ਬਾਹਰੀ ਤੌਰ 'ਤੇ ਤਾਂ ਬੜਾ ਵੱਡਾ ਮਹਾਤਮਾ ਲੱਗੇਗਾ ਨਾ ਜਦੋਂ ਤੂੰ ਇਸ ਤਰ੍ਹਾਂ ਜਿਹੜੇ ਸਾਧੂ ਮਹਾਤਮਾ ਕਰਦੇ ਸਨ ਉਹਨਾਂ ਦਾ ਨਕਸ਼ਾ ਖਿੱਚਦਿਆਂ ਤਨ ਚੰਦਨ ਮਸਤਕ ਪਾਤੀ ਰਿੱਧ ਅੰਤਰ ਕਰ ਤਲ ਕਾਤੀ। ਕਾਤੀ ਮੈਨੇ ਕੈਂਚੀ। ਭਗਤ ਬੇਣੀ ਜੀ ਕਹਿੰਦੇ ਤੇਰੇ ਹਿਰਦੇ ਅੰਦਰ, ਤੇਰੇ ਰਿੱਧ ਅੰਦਰ, ਤੇਰੇ ਅੰਦਰ ਇਉਂ ਜਿਵੇਂ ਕੈਂਚੀ ਚੱਲ ਰਹੀ ਹੋਵੇ, ਅੰਦਰ ਤੂੰ ਕੈਂਚੀ ਚਲਾਉਂਦਾ ਪਿਆ ਤੇ ਬਾਹਰੋਂ ਤੂੰ ਧਰਮੀ ਵਿਖਾਉਂਦਾ ਪਿਆ ਆਪਣੇ ਆਪ ਨੂੰ। ਸਾਧ ਸੰਗਤ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਹਿਸਕ੍ਰਿਤੀ ਦੀ ਬਾਣੀ ਜਦੋਂ ਤੁਸੀਂ ਪੜ੍ਹੋਗੇ ਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਦੇ ਵਿੱਚ ਬੜੇ ਪਿਆਰੇ ਸ਼ਬਦ ਕਹੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਿਆਮਲੰ ਮਦਰ ਮਨੁੱਖਿਅੰ। ਇਹ ਸ਼ਬਦ ਥੋੜੇ ਜਿਹੇ ਵੇਖਣ ਨੂੰ ਇਹਦੇ ਅਰਥ ਕਰਨੇ ਪੈਣੇ ਆ। ਸਿਆਮਲੰ ਮਦਰ ਮਨੁੱਖਿਅੰ ਰਿਧਿਅੰ ਭੂਮ ਵੈਰ ਨੇ। ਕਹਿਣ ਲੱਗੇ ਬਾਹਰੋਂ ਬੜਾ ਸੋਹਣਾ ਸੁਨੱਖਾ ਹੈ, ਬਾਹਰੋਂ ਬੜਾ ਚਿਹਰਾ ਮੋਹਰਾ ਵਧੀਆ ਲੱਗਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਬਾਹਰੋਂ ਇਉਂ ਲੱਗਦਾ ਬੱਲੇ ਬੱਲੇ ਇਹਦੇ ਵਰਗਾ ਤੇ ਗੁਰਸਿੱਖ ਹੀ ਕੋਈ ਨਹੀਂ ਹੋਣਾ, ਇਹਦੇ ਵਰਗਾ ਤੇ ਸੰਤ ਹੀ ਕੋਈ ਨਹੀਂ ਹੋਣਾ, ਇਹਦੇ ਵਰਗਾ ਤੇ ਬ੍ਰਹਮ ਗਿਆਨੀ ਕੋਈ ਨਹੀਂ ਹੋਣਾ, ਇਹਦੇ ਵਰਗਾ ਤੇ ਸਾਧੂ ਕੋਈ ਨਹੀਂ ਹੋਣਾ। ਬਾਹਰੋਂ ਇਉਂ ਪ੍ਰਭਾਵ ਦੇ ਰਿਹਾ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਿਆਮਲੰ ਮਦਰ ਮਨੁੱਖਿਅੰ ਹਿਰਦੈ ਭੂਮ ਵੈਰ ਨੇ। ਕਹਿਣ ਲੱਗੇ ਉਹਦੇ ਹਿਰਦੇ ਵਿੱਚ ਜੇ ਭੂਮ ਹਿਰਦੇ ਰੂਪੀ ਧਰਤੀ ਤੇ ਵੈਰ ਹੈ ਨਾ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਿਵੰਤ ਹੋਵੰਤ ਮਿਥਿਆ। ਉਹਦਾ ਨਿਮਣਾ, ਉਹਦਾ ਝੁਕਣਾ ਮਿਥਿਆ ਵਿਅਰਥ ਹੈ। ਪਰ ਕਹਿਣ ਲੱਗੇ ਜਿਹੜੇ ਰੱਬ ਦੇ ਪਿਆਰੇ ਉਹ ਸੁਚੇਤ ਰਹਿੰਦੇ ਨੇ। ਚੇਤਨੰ ਸੰਤ ਸਵਜਣੈ। ਕਹਿਣ ਲੱਗੇ ਰੱਬ ਦੇ ਪਿਆਰੇ ਸੁਚੇਤ ਰਹਿੰਦੇ ਨੇ। ਯਾਦ ਰੱਖਿਓ ਜੇ ਅੱਜ ਜਿੰਨੀ ਲੁੱਟ ਖਸੁੱਟ ਧਰਮ ਦੇ ਨਾਂ ਦੇ ਉੱਤੇ ਹੋ ਰਹੀ ਹੈ ਇੰਨੀ ਹੋਰ ਕਿਸੇ ਤਰੀਕੇ ਦੇ ਨਾਲ ਨਹੀਂ ਹੋ ਰਹੀ। ਤੁਸੀਂ ਦੇਖੋ ਕਿਸ ਤਰ੍ਹਾਂ, ਜੇ ਅਸੀਂ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਜਦੋਂ ਮੈਂ ਗੱਲ ਕਰਦਾ ਉਹਦਾ ਮਤਲਬ ਇਹ ਨਾ ਸਮਝ ਲੈਣਾ ਮੈਂ ਇੱਕ ਰਸੇ ਸਾਰਿਆਂ ਨੂੰ ਬੰਨ੍ਹਦਾ ਪਿਆ। ਗੁਰਮੁਖੋ ਬਹੁਤ ਐਸੇ ਨੇ ਜਿਨ੍ਹਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਲੋਕ ਗੁਰੂ ਵਾਲੇ ਬਣਦੇ ਆ, ਗੁਰਬਾਣੀ ਦੇ ਨਾਲ ਜੁੜਦੇ ਆ, ਬਾਣੀ ਪੜ੍ਹਦੇ ਆ, ਅੰਮ੍ਰਿਤ ਛਕਦੇ ਆ।
एक वखरा विषा है। पर बहु गिनती की जे गल करां ते जिन्ना धर्म के नां ते लुटिया जा रहा प्रभाव दे के असीं जो समझ बैठते हैं असल विच गल हुंदी वो नहीं है। जो बाहरी प्रभाव देख लेने असीं वेखदे हां गोल पग है, लम्मा चोला है, किरपान है, 4-5 नाल उहदे सेवादार ने, उहदे कोले 20-25 लाख की गड्डी है, साडा मल्लो मल्ली सिर झुक जांदा, बल्ले बल्ले बड़ी महाराज की किरपा, कोई पुजे हुए साधु ने। हो सकता जिन्हों तुसी बाहरी तौर पर इन्ना अडंबर वेख के साधु समझते हो वो चोर निकल आवे, पर जेड़े बंदे दे तन उत्ते लीरां पाटियां हुईयां पाईयां हुईयां ने, ओदी पग भी बहुत वधिया नहीं, ओदे तन उत्ते पाया कपड़ा लीरो लीर है, ओदियां पैरां दियां अड्डियां दे विच पता नहीं किन्ने क जख्म ने। तुसी कहोगे तां कोई कमला झल्ला लगदा, गुरु कहंदा तेरियां निगाह च कमला झल्ला है होवेगा, पर गुरु नूं पुछ के वेख की दी अंदरली सुरत जुड़ी की पता वो रब दा रूप ही ना होवे। बाणी चो कह रहे कोलों कुछ नहीं। सतगुरु गरीब निवास सच्चे पातशाह महाराज जी कहते ने जो आसा की वार पढ़ो, सतगुरु गुरु ग्रंथ साहिब महाराज जी की बाणी कहती है गुरमुखो जो इस तरह के प्रभाव नूं बाहरी देख के ते अंदर ही देखोगे, जिन पट अंदर बाहर गुदड़ ते भले संसार तिन नेहो लगा रब सेती देखने विचार रंग हसै रंग रोवै चुप पी कर जाहे प्रवाह नाही किसे केरी बाज सच्चे ना है। सतगुरु महाराज कहते बाहरों तू देखदा पिया ना, अंदर तेनू की पता है। हुण साध संगत जी शब्द ही विच भगत जी कहते तन चंदन मस्तक पाती रिध अंतर कर तल काती। सतगुरु गुरु ग्रंथ साहिब की बाणी दे विच भगत साहिबान कहते प्यारिओ बाहरों तन दे उत्ते चंदन लाया प्रभाव दे रहा साधु संत महात्मा दा, पर अंदर तां वैर वाली कैंची चलदी पई है। तन चंदन मस्तक पाती रिध अंतर कर तल काती ठग दिष्ट बगा लिव लागा देख वैष्णो प्राण मुख भागा। कहते बाहरों तो इउं बैठा जिवें बड़ी समाधि विच बैठा, पर बंगले वाला ध्यान उहदा, मैं नहीं कह रहा शब्द कह रहा, शायद स्क्रीन ते चली जाएगा नाल नाल। भगत जी कहन लगे ने तू बगले वागू समाधि ला के बैठा है, तेरी बगल समाधि नूं गुरु जानदा तेरी समाधि की। बगले की समाधि की है जो एक लत्त ते उत्ते खलो जाता है, देखण वाले नूं भुलेखा पैंदा बड़ी भगती करदा, पर उत्ते कदों वेखदा डड्डी मच्छी सामने आवे झपट मार लवेगा। गुरु ग्रंथ साहिब महाराज जी की बाणी अंदर मेरे गरीब निवास सच्चे पातशाह महाराज जी कहते हैं इउं नहीं कि तेरा बाहरी तौर पर प्रभाव कुछ होर पवे पर अंदरों कुछ होर होवे, तू अंदरों ते बाहरों एक होवे। गुरु ग्रंथ साहिब की बाणी इस गल उत्ते जोर दिंदी है। जो सतगुरु गुरु ग्रंथ साहिब महाराज जी विचों वेखदे हैं, मेरा समा बड़ा तेजी नाल चलदा पिया, मैं चाहुंदा शब्द नूं मैं संपूर्ण कर सका। मेरे सामने प्रमाण बहुत आउंदे है, पर जे मैं प्रमाणों वाले बन्ने फिर तुर पिया तो शब्द की विचार रह ना जाए। मैं कोशिश करा कि शब्द नूं संपूर्ण कर देवां। तन चंदन मस्तक पाती रिध अंतर कर तल काती ठग दिष्ट बगा लिव लागा देख वैष्णो प्राण मुख भागा। तू वैष्णो लगदा है, बहुत वड्डा साधु लगदा, इउं लगदा तेरे अंदरों प्राण चले गए ने। देख वैष्णो प्राण मुख भागा, इउं लगदा तेरे अंदरों श्वास ही मुक गए ने, एडी समाधि तेरी। पर सतगुरु गुरु ग्रंथ साहिब महाराज की बाणी पढ़न वाले गुरसिखो सुखमनी साहिब दे विचों मैं प्रमाण देन लग्या। बाणी बड़ी सरल है, बहुत संगतां नूं आउंदी है। सुखमनी साहिब की बाणी विच गुरु अर्जन देव महाराज जी ने वैष्णो साध की बहुत वधिया व्याख्या की है। सतगुरु महाराज मैं दो बदे सिर्फ पदे कहने सुखमनी साहिब की अष्टपदी विचों, दोनों विच महात्मा साधु की बड़ी सोहनी व्याख्या है। सतगुरु गुरु अर्जन देव जी कहते मिथ्या ना ही रसना परस मन में प्रीत निरंजन दर्श पर त्रिया रूप ना पेखा नेत्र। वैष्णो साध की व्याख्या हो रही है। मिथ्या ना ही रसना परस मन में प्रीत निरंजन दर्श पर त्रिया रूप ना पेखा नेत्र। साध की टहल संत संग हेत कर्ण न सुने काहू की निंदा सब ते जाने आपस को मंदा। गुर प्रसाद बिखिया पर हरै मन की बासना मन ते टरै। इंद्री जित पंच दोख ते रहत नानक कोट मदे को ऐसा अपरस। करोड़ों विचों कोई ऐसा साधु महात्मा वैष्णो सो जिसी उपर सो प्रसन्न, जिन्हों भगत जी कहते तू लगदा वैष्णो जिवें तेरे अंदरों प्राण मुक गए, एडा वड्डा महात्मा। गुरु अर्जन देव जी कहते निशानी वेखो ओहदी किहड़ी है। वैष्णो सो जिसी उपर सो प्रसन्न बिशन की माया ते होए भिन्न। कर्म करत होवे ने कर्म तिस वैष्णो का निर्मल धर्म। काहू फल की इच्छा नहीं बाशे केवल भगत कीर्तन संग राचै। मन तन अंतर सिमरन गोपाल सब ऊपर होवत कृपाल। आप दृढ़ अवरा नाम जपावै नानको वैष्णो
परमगत पावे। वो आ वैष्णो जिहड़ा परमगति नूं प्राप्त कर गया, जिहदी व्याख्या गुरु अर्जन देव महाराज ने कर दी, क्योंकि अर्थ बड़े सरल सी, तां करके मैं उन्होंने खोलण दा यतन नहीं किया। भगत जी इत्थे कहंदे ने तन चंदन मस्तक पाती हृदयंतर कर तलकाती ठग दिष्ट बगा लिव लागा दिग वैष्णो प्राण मुख भागा कल भगवत बंद चिराम क्रूर दृष्टता निस्बादन। अगलियां तुकां विच कहंदे नित प्रत इशनान शरीरं दो धोती कर्म मुख खीरं। कहंदे नित प्रत इशनान शरीरं, तू नितापत शरीर का इशनान ते करा रहा है। पर कह लगे अगली तुक विच कहंदे जिहड़ा कर्म मुख खीरंग का अर्थ किया ना, उसका मतलब ये बनता, कहंदा जी मैं दुध तो बिना होर कुछ वरतदा नहीं, मैं दूधा धारी हाँ। गुरु ग्रंथ साहब की बाणी कहती दूधा धारी होना भी एक पखंड है। गुरु ग्रंथ साहब की बाणी कहती जग मैं भगत है दूधा धारी गुप्ती खावे वटका सारी। वटका कहते हैं जिहड़ी पिन्नियां बनाइया होंदियां ने, बहुत सोहणियां स्वाद। भैणो तुसीं किमा करियो, इन्हां परिवारां ने बहुत सोहणियां पिन्नियां बनाइया, बड़ियां स्वाद ने। ये ना कि शायद साडियां पिन्नियां करके बाबे ने प्रमाण ले लिया, वो तो कुदरती विच चलो कथा च आ गया। तो मेरा कहण तो भाव वो कहंदा मैनूं पिन्नियां खा रहा, उन्हें अपने भोरे च रखियां ने बना के दो चार। हुण वेखो जिहड़ी पिन्नी हुंदी ना उहदे विच बहुत कुछ पाया हुंदा। सियाणे कहंदे जां विद्वान कहंदे जां डॉक्टरां दी राय ये है, वो कहंदे एक पिन्नी खा लो तो 4 रोटियां दे बराबर जे, जिन्ना कुछ उहदे च पाया हुंदा ना, जिन्ना घ्यो ते जिन्ना होर समान हुंदा उहदे एक पिन्नी खा लो। जिहड़े जिन्होंने शुगर होंदी है तो वैसे बड़े दूर रहिंदे आ भी ना भरावा ये तो बच के रहिए, ये तो शुगर बड़ी चक दिंदी है। गुरु ग्रंथ साहब की बाणी चो कह रहा, कोलों नहीं कुछ बोल रहा। सतगुरु कहते ने जिहड़ा कहंदा मैं तो दूधा धारियां जी कुछ खांदे ही नहीं। साहब गुरु ग्रंथ साहब कहते ने तू भोरे च जाके या कमरा कह लो अपने कमरे जाके एक पिन्नी खा आवना। तो मुड़ के कहंदा जो पुछदे भाई साहब प्रशादा, नहीं जी प्रशादा तो बस आपां छकदे ही नहीं। अगला कहता बल्ले बल्ले भी बड़ा भाई साहब ने तो बड़ा कंट्रोल आ भी प्रशादा ही नहीं सकते, इन्होंने नहीं पता भी पिन्नियां खा आए ने। हुण गुरु ग्रंथ साहब कहते तू पिन्नी खा लीए एक सवेरे एक शाम नूं, तैनूं रोटी की की लोड़ है। तो तू पखंड ना कर, ये कह भी भाई मैं कुछ ना कुछ खा लिया, ये ना कह मैं तो दूधा धारी हाँ जी, आपां ते पाउण हारी छकदे कुछ नहीं। गुरु ग्रंथ साहब की बाणी कहती जग मैं भगते दूधा धारी गुप्ती खावै वटका सारी। गुप्त तरीके नाल तो तू खा रहा सारा कुछ, पर पखंड क्यों करदा है। मैं खिड़ जी बेनती करदे आ, भगत जी कहते हैं नित पत इशनान शरीरंग दो धोती कर्म मुख खीरंग हृदय शुरी संध्यानी। संध्यानी का मतलब बड़ी खिंच के है, तीर ला के बैठा है भी अज किहदा आपां जड़ा वड्ढणियां ने, अज किनूं लुटना, अज किनूं मारना, अज किहदा बुरा करना। अंदर तो यह चलता पिया है। भगत जी बेणी जी कहते हृदय शुरी संध्यानी पर दर्भ हिरन की बाणी। पर दर्भ पार मैंने पराया, दर्भ मैंने धन, हिरन मैंने चराउणा। ये देखदा भी अज किधरों सन लाइए तो अज किधरों इत्थों क सन ला लांगे, किन्ने क बन जाने, इत्थों ला लांगे किन्ने क बन जाने। अंदर तो यह चलता पिया है। खिमा करियो गुरु ग्रंथ साहब की बाणी के शब्द ने नित प्रत इशनान शरीरंग दो धोती कर्म मुखीरंग हृदय शुरी संध्यानी पर दर्भ हिरन की बाणी। भगत जी कहते ने कि पग नासिस चेतिया कर्मं रे लंपट नाच या धर्मं मृग आसन तुलसी माला कर उजर तिलक कपाला। ये सारा शब्द ये कह रहा, कह लगे मथे ते तू चंदन ला रहा, कपाल कर रहा, सवार रहा अपने आप को, पर असल विचों है कुछ नहीं है। कहते ने हे मनुख इत्थे बस नहीं। जो गुरु ग्रंथ साहब की बाणी चो देखो कि गुरु नानक साहब महाराज ने भी एक नक्शा खिंचिया, पढ़ पुस्तक संध्या बादन सलपूज बगल समादन मुख झूठ विभूखण सारंग त्रैपाल तिहाल विचारंग गल माला तिलक लाटंग दो धोती वस्त्र कपाटंग जे जानस ब्रह्म कर्मंग सौ फोकट नेचै कर्मंग कहो नानक नेचो ध्यावै बिन सतगुर बाट ना पावे। गुरु नानक साहब महाराज का मिलाप भी होया है। जो सतगुरु हरिद्वार गए ना साध संगत, सतगुरु उतों वापस आ रहे सन, रस्ते विच गुरु नानक देव महाराज जी ने वेख्या, कहन लगे भी ये महात्मा जिहड़ा साधु बनिया धूनी ला के ये अंदर दे कुछ होर चलता पिया पर विखा कुछ हो रहा है। गुरु नानक महाराज जी ने मरदाने के राही वह भला करना चाहया। गुरु ग्रंथ साहब तो शब्द है, गुरु नानक देव महाराज कहते मरदानिया आपां भी कुछ ना कुछ जल पानी शक्ल लई तैयार करना तो अग लिया, मरदाने अग का प्रबंध करिए। मरदाना कहता महाराज अग कितों मिलेगी। गुरु नानक महाराज कहते ओ सामने एक धूनी है ना लगी हुई, उतों थोड़ी जी अग ले आ। भाई मरदाना जी गए, जदों साध संगत जी साधु के नेड़े पहुंचा अग लैन वास्ते
ਤੇ ਭਾਈ ਮਰਦਾਨੇ ਦਾ ਪਰਛਾਵਾਂ ਪੈ ਗਿਆ ਉਸ ਮਹਾਤਮਾ ਦੇ ਚੌਂਕੇ ਉੱਤੇ, ਚੁੱਲ੍ਹੇ ਉੱਤੇ। ਜੋ ਪਰਛਾਵਾਂ ਪਿਆ ਤੇ ਅੱਗ ਬਬੋਲਾ ਹੋ ਗਿਆ, ਉਹਦੀ ਅੱਖਾਂ ਲਾਲ। ਭਾਈ ਮਰਦਾਨੇ ਵੱਲੇ ਵੇਖਿਆ ਤੇ ਆਖਿਆ ਤੇ ਕੁਝ ਨਹੀਂ, ਤੇ ਜਿਹੜੀ ਚੌ ਆਪਾਂ ਸਮਝਦੇ ਹਾਂ ਨਾ ਸਾਧ ਸੰਗਤ ਜੀ, ਇੱਥੇ ਪਤਾ ਨਹੀਂ ਨਵੇਂ ਬੱਚਿਆਂ ਨੂੰ ਪਤਾ ਕਿ ਨਹੀਂ ਪਤਾ, ਪੁਰਾਣੇ ਸਾਰੇ ਜਾਣਦੇ ਆ। ਇੱਕ ਤਾਂ ਚੌ ਹੁੰਦੀ ਜਿਹੜੀ ਆਪਾਂ ਜ਼ਮੀਨ ਪੈਲੀ ਵਿੱਚ ਹਲ ਦੇ ਵਾਂਗੂ ਵਾਹੁਣ ਵਾਸਤੇ, ਪੈਲੀ ਵਾਹੁਣ ਵਾਸਤੇ, ਉਹ ਨਹੀਂ। ਇੱਕ ਚੌ ਹੁੰਦੀ ਹੈ ਜਿਹਦਾ ਬਲਦੀ ਹੋਈ ਲੱਕੜ ਨੂੰ ਆਪਾਂ ਕਹਿੰਦੇ ਹਾਂ, ਲੱਕੜਾਂ ਬਲਦੀਆਂ, ਹੁਣ ਇੱਕ ਵਿੱਚੋਂ ਲੱਕੜ ਕੱਢਦੀ ਹੈ ਨਾ, ਮਗ ਚਲਦੀ ਹੋਈ ਜਲਦੀ ਹੋਈ ਲੱਕੜ, ਉਹਨੂੰ ਵੀ ਚੌ ਹੀ ਬੋਲਦੇ ਆ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਉਹਨੇ ਉਹ ਲੱਕੜ ਬਲਦੀ ਹੋਈ ਚੌ ਵਿੱਚੋਂ ਕੱਢੀ ਤੇ ਭਾਈ ਮਰਦਾਨੇ ਦੇ ਮਾਰਨ ਲੱਗਿਆ। ਭਾਈ ਮਰਦਾਨਾ ਭੱਜ ਉੱਠਿਆ, ਉਹਨੇ ਕਿਹਾ ਵੀ ਆਇਆ ਤੇ ਅੱਗ ਲੈਣ ਵਾਸਤੇ, ਜੇ ਤਾਂ ਕਿਹਾ ਹੀ ਕੁਝ ਨਹੀਂ, ਤੇ ਮੇਰੇ ਮਗਰ ਇਹ ਚੌ ਮਾਰਨ ਲੱਗਾ, ਮੈਂ ਇਹਨੂੰ ਕੀ ਕਿਹਾ। ਭਾਈ ਮਰਦਾਨਾ ਅੱਗੇ ਅੱਗੇ ਤੇ ਉਹ ਪਿੱਛੇ ਪਿੱਛੇ। ਗੁਰੂ ਨਾਨਕ ਮਹਾਰਾਜ ਜੀ ਦੇ ਕੋਲੇ ਆ ਕੇ ਭਾਈ ਮਰਦਾਨਾ ਬਹਿ ਗਿਆ। ਮਹਾਰਾਜ ਕਿਹਦੇ ਬੰਦੇ ਕੋਲੇ ਘੱਲਤਾ ਜੀ ਅੱਗ ਲੈਣ? ਮਹਾਰਾਜ ਉਹ ਤਾਂ ਮੈਨੂੰ ਮਾਰਨ ਦੀ ਤਿਆਰੀ ਕਰੀ ਬੈਠਾ। ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ ਤੂੰ ਕਿਹਾ ਕੀ ਹੈ ਮਹਾਤਮਾ ਨੂੰ? ਕਹਿੰਦਾ ਮਹਾਰਾਜ ਮੈਂ ਤਾਂ ਕੁਝ ਨਹੀਂ ਕਿਹਾ, ਮੈਂ ਤਾਂ ਜੇ ਅੱਗ ਵੀ ਨਹੀਂ ਮੰਗੀ ਇਹਦੇ ਕੋਲੋਂ, ਇਹ ਤਾਂ ਪਹਿਲਾਂ ਹੀ ਅੱਗ ਭਗੋਲਾ ਹੋ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਉਸ ਮਹਾਤਮਾ ਨੂੰ, ਕਹਿਣ ਲੱਗੇ ਜੀ ਸਾਧੂ ਜੀ ਕੀ ਗੱਲ ਹੋਈ? ਸਾਡਾ ਕੀਰਤਨੀਆਂ ਹੈ, ਰਬਾਬ ਵਜਾਉਂਦਾ, ਨਾਲ ਬਾਣੀ ਪੜ੍ਹਦੇ ਆ, ਇਹਨੇ ਕੀ ਕਹਿ ਦਿੱਤਾ? ਉਹ ਕਹਿਣ ਲੱਗਾ ਕਹਿ ਦਿੱਤਾ, ਮੈਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਪਹਿਲਾਂ ਚੌਂਕਾ ਬਣਾਇਆ। ਚੌਂਕੇ ਦਾ ਮਤਲਬ ਇੱਥੇ ਗੋਹਾ ਗਾਂ ਦਾ ਮਲ ਕੇ ਇਹਨੂੰ ਸਾਫ਼ ਕੀਤਾ, ਫਿਰ ਲੱਕੜਾਂ ਪਾਣੀ ਨਾਲ ਧੋਤੀਆਂ ਤੇ ਸੁਕਾਈਆਂ, ਫਿਰ ਬਰਤਨ ਨੂੰ ਪਤਾ ਨਹੀਂ ਕਿੰਨੀ ਕੁ ਵਾਰ ਮਿੱਟੀ ਨਾਲ ਮਾਂਜਿਆ ਤੇ ਅੱਗ ਉੱਤੇ ਰੱਖ ਕੇ ਮੈਂ ਤਾਂ ਆਪਣਾ ਕੁਝ ਖਾਣ ਪਾਣ ਤਿਆਰ ਕਰ ਰਿਹਾ ਸੀ। ਇਹ ਤੁਹਾਡਾ ਆਦਮੀ ਆਇਆ ਸ਼ੂਦਰ, ਇਹਦਾ ਪਰਛਾਵਾਂ ਪੈ ਗਿਆ ਮੇਰੇ ਚੌਂਕੇ ਉੱਤੇ, ਸਾਰਾ ਕੁਝ ਭਿੱਟ ਕੇ ਰੱਖ ਦਿੱਤਾ ਇਹਨੇ। ਗੁਰੂ ਨਾਨਕ ਮਹਾਰਾਜ ਜੀ ਦਾ ਕਹਿਣ ਦਾ ਢੰਗ ਤਰੀਕਾ ਬੜਾ ਅਲੱਗ ਹੈ। ਮੇਰੇ ਸਾਹਿਬ ਜੀ ਤੀਰ ਵੀ ਐਸਾ ਮਾਰਦੇ ਨੇ, ਵਿੰਨ ਕੇ ਰੱਖ ਦਿੰਦੇ ਨੇ ਅਗਲੇ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵਾਹ ਭਈ ਵਾਹ, ਬੜਾ ਵੱਡਾ ਪਾਪ ਕਰ ਆਇਆ ਸਾਡਾ ਮਰਦਾਨਾ। ਇੰਨਾ ਤੂੰ ਸਵੇਰ ਤੋਂ ਲੈ ਕੇ ਸ਼ਾਮਾਂ ਦੁਪਹਿਰ ਤੱਕ ਖਪਿਆ, ਲੱਕੜਾਂ ਲਿਆਂਦੀਆਂ, ਧੋਤੀਆਂ, ਸੁਕਾਈਆਂ, ਚੌਂਕਾ ਬਣਾਇਆ, ਉਹਦੇ ਤੇ ਗੋਹਾ ਲਾਇਆ, ਪੋਚਾ ਫੇਰਿਆ, ਇੰਨਾ ਕੁਝ ਕੀਤਾ ਤੂੰ, ਤੇ ਮਰਦਾਨੇ ਕੋਲੋਂ ਤੇ ਬੜੀ ਵੱਡੀ ਭੁੱਲ ਹੋ ਗਈ ਬਈ। ਪਰ ਹੋਇਆ ਕੀ? ਇਹਦਾ ਪਰਛਾਵਾਂ ਪੈਣ ਨਾਲ ਤੈਨੂੰ ਕੀ ਹੋ ਗਿਆ? ਕਹਿ ਲਗੇ ਸ਼ੂਦਰ ਹੈ, ਭਿੱਟਿਆ ਗਿਆ ਮੇਰਾ ਚੌਂਕਾ। ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ ਜਿਹੜੀਆਂ ਅਸਮਾਨ ਦੇ ਵਿੱਚ ਇੱਲਾਂ ਉੱਡਦੀਆਂ ਨੇ, ਉਹਨਾਂ ਇੱਲਾਂ ਦਾ ਪਰਛਾਵਾਂ ਵੀ ਤੇਰੇ ਚੌਂਕੇ ਤੇ ਪਿਆ ਹੈ। ਮੈਨੂੰ ਦੱਸ ਇੱਲਾਂ ਖਾਂਦੀਆਂ ਕੀ ਨੇ? ਹੁਣ ਦਲੀਲ ਵੀ ਤਾਂ ਤਗੜੀ ਹੋਣੀ ਚਾਹੀਦੀ ਨਾ, ਵੀ ਅਗਲਾ ਬੰਦਾ ਚੁੱਪ ਕਰ ਜਾਏ। ਗੁਰੂ ਨਾਨਕ ਮਹਾਰਾਜ ਦੀਆਂ ਦਲੀਲਾਂ ਦੇ ਅੱਗੇ ਅੜੇ ਕਿਹੜਾ? ਮਹਾਰਾਜ ਕਹਿੰਦੇ ਅਸਮਾਨ 'ਚ ਇੱਲਾਂ ਘੁੰਮਦੀਆਂ ਨੇ, ਉਹਨਾਂ ਇੱਲਾਂ ਦਾ ਪਰਛਾਵਾਂ ਤੇਰੇ ਚੌਂਕੇ ਤੇ ਪਿਆ ਹੈ। ਜਦੋਂ ਉਹਨਾਂ ਇੱਲਾਂ ਦਾ ਪਰਛਾਵਾਂ ਤੇਰੇ ਚੌਂਕੇ ਤੇ ਪਿਆ, ਤੇਰਾ ਚੌਂਕਾ ਨੇ ਭਿੱਟਿਆ ਗਿਆ। ਇੱਲਾਂ ਖਾਂਦੀਆਂ ਕੀ ਨੇ? ਮੁਰਦਾਰ ਖਾਂਦੀਆਂ ਨੇ ਨਾ, ਮੁਰਦਾ ਖਾਂਦੀਆਂ ਨੇ ਨਾ। ਇਹ ਤਾਂ ਫਿਰ ਇਨਸਾਨ ਹੈ, ਇਹ ਤਾਂ ਫਿਰ ਮਨੁੱਖ ਹੈ। ਅਗਲੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇੱਕ ਸ਼ੂਦਰ ਦਾ ਪਰਛਾਵਾਂ ਤੇਰੇ ਤੇ ਪਿਆ, ਤੂੰ ਜੋ ਕਹਿਣਾ ਤੇਰੇ ਮੁਤਾਬਕ। ਪਰ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਮੈਂ ਆਪਣੀਆਂ ਐਨਕਾਂ ਲਾ ਕੇ ਵੇਖੀਆਂ ਨੇ, ਤੇਰੇ ਹਿਰਦੇ ਵਿੱਚ ਤਾਂ ਮੈਨੂੰ ਚਾਰ ਉਹ ਬੈਠੇ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਤੇਰੀਆਂ ਨਿਗਾਹ ਵਿੱਚ ਸ਼ੂਦਰ ਕਿਹਾ ਜਾ ਸਕਦਾ ਹੈ। ਕਹਿਣ ਲੱਗਾ ਮਹਾਰਾਜ ਮੇਰੇ ਅੰਦਰ ਕੌਣ ਬੈਠਾ? ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਛੇੜ ਰਬਾਬ, ਇਹ ਸ਼ਿਕਾਰੀ ਦਾ ਸ਼ਿਕਾਰ ਕਰੀਏ ਤੇ ਦਾ ਉਧਾਰ ਕਰੀਏ। ਭਾਈ ਮਰਦਾਨੇ ਨੇ ਰਬਾਬ ਛੇੜੀ। ਗੁਰੂ ਨਾਨਕ ਮਹਾਰਾਜ ਨੇ ਸ਼ਬਦ ਗਾਇਆ, ਕਬੁੱਧ ਡੂਮਣੀ ਕੁਦਇਆ ਕਸੈਨ, ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਗੁਰੂ ਨਾਨਕ ਮਹਾਰਾਜ ਕਹਿੰਦੇ ਤੇਰੀ ਕਬੁੱਧ ਡੂਮਣੀ, ਕਬੁੱਧ ਮੈਨੇ ਭੈੜੀ ਬੁੱਧੀ, ਤੇਰੀ ਪੁੱਠੀ ਮੱਤ ਜਿਹੜੀ ਹੈ ਜਿਹਦੇ ਵਿੱਚ ਤੂੰ ਕਹਿਣਾ ਕਿ ਸ਼ੂਦਰ ਹੈ। ਕਬੁੱਧ ਡੂਮਣੀ, ਡੂਮਪੁਣਾ, ਮਰਾਸੀ ਭਾਵ ਇਹਨੂੰ ਗੁਰੂ ਨਾਨਕ ਮਹਾਰਾਜ ਜੀ ਕਿਸੇ ਜਾਤ ਦੀ ਗੱਲ ਨਹੀਂ ਕਰਦੇ, ਉਹਦੇ ਮੁਤਾਬਕ ਕਹਿੰਦੇ ਤੂੰ ਕਹਿੰਦਾ ਸ਼ੂਦਰ ਲੋਕ ਹੁੰਦੇ ਆ। ਕਬੁੱਧ ਡੂਮਣੀ, ਤੇਰੇ ਅੰਦਰ ਤਾਂ ਡੂਮਪੁਣਾ ਵੀ ਤੇਰੇ ਅੰਦਰ ਹੈ। ਕਬੁੱਧ ਭੈੜੀ ਮੱਤ, ਕਬੁੱਧ ਡੂਮਣੀ ਕੁਦਇਆ, ਕੁਦਇਆ ਮੈਨੇ ਤੇਰੇ ਅੰਦਰ ਦਇਆ ਨਾਂ ਦੀ ਕੋਈ ਚੀਜ਼ ਨਹੀਂ। ਕਸੈਣ, ਕਸਾਈਪੁਣਾ ਤੇਰੇ ਅੰਦਰ ਹੈ। ਕਬੁੱਧ ਡੂਮਣੀ ਕੁਦਇਆ ਕੁਸੈਣ, ਪਰ ਨਿੰਦਾ ਪਰਾਈ ਨਿੰਦਿਆ, ਚੂੜੀ ਚੂੜਾਪਣ ਤੇਰੇ ਅੰਦਰ ਬੈਠਾ। ਮੁੱਠੀ ਕ੍ਰੋਧ ਚੰਡਾਲ, ਅੱਜ ਲੱਕੜ ਲੈ ਕੇ ਮਗਰ ਭੱਜਿਆ, ਚੰਡਾਲਪੁਣਾ ਵੀ ਤੇਰੇ ਅੰਦਰ ਹੀ ਬੈਠਾ ਨਾ। ਕ੍ਰੋਧ ਕਾਰੀ ਕੱਢੀਆਂ ਕਿਆ ਥੀਏ, ਜਿਹੜੀਆਂ ਲੀਕਾਂ ਮਾਰ ਕੇ ਆਇਆ, ਚੌਂਕਾ ਸਾਫ਼ ਕੀਤਾ, ਕੀ ਲਾਭ ਹੈ? ਜਾਂ ਚਾਰੇ ਬੈਠੀਆਂ ਨਾਲ ਢਹਿ ਪਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ। ਮਹਾਰਾਜ ਇਹੋ ਜਿਹਾ ਪਹਿਲਾਂ ਕੋਈ ਨਹੀਂ ਸੀ ਮਿਲਿਆ ਜਿਹਨੇ ਅੰਦਰ ਦਾ ਸ਼ੀਸ਼ਾ ਸਾਹਮਣੇ ਰੱਖਿਆ ਹੋਵੇ, ਜਿਹਨੇ ਅੰਦਰ ਦੇ ਹਿਰਦੇ ਨੂੰ ਖੋਲ ਕੇ ਰੱਖ ਦਿੱਤਾ ਹੋਵੇ, ਇਹੋ ਜਿਹਾ ਤਾਂ ਕੋਈ ਨਹੀਂ ਸੀ ਮਿਲਿਆ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਤੂੰ ਰੱਬ ਦੀ ਬੰਦਗੀ ਕਰਦਾ, ਭਗਤੀ ਕਰਦਾ, ਫਿਰ ਧੂਣੀਆਂ ਤਪਾਉਣ ਦੀ ਲੋੜ ਨੂੰ ਕੋਈ ਨਹੀਂ। ਸੱਚਮੁੱਚ ਮਹਾਤਮਾ ਬਣ, ਤੂੰ ਅੰਦਰੋਂ ਬਣ। ਭਗਤ ਜੀ ਇੱਥੇ ਕਹਿੰਦੇ ਨੇ ਕਿ ਨਿਤ ਪ੍ਰਤਿ ਇਸ਼ਨਾਨ ਸਰੀਰਕ ਤੋਂ ਧੋਤੀ ਕਰਮ ਮੁਖੀਰਕ, ਹਿਰਦੇ ਸ਼੍ਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਾਣੀ। ਭਗਤ ਜੀ ਕਹਿੰਦੇ ਨੇ ਸਿਲ ਪੂਜ ਜਪ ਚੱਕਰ ਗਣੇਸ਼ਨ, ਨਿਸ ਜਾਗਸ ਭਗਤ ਪਰਵੇਸ਼ਨ, ਪਗ
नाच सचेतिया कर्म, ये लंपट नाचिया धर्म। हे मनुख तू कहना नचना भी एक बड़ी भगती तू समझदा है, सारी सारी रात जागदा रहना है, पर की फायदा होया कि सारी रात जाग के भी अंदर धर्म ना कमाया तो जागण का की लाभ होया। पग नासिस चेतिया कर्म, ये लंपट नाचिया धर्म। मृग आसन तुलसी माला, कर पूजन तिलक कपाला, हृदय कूड़ कंठ रुद्राखम, रे लंपट कृष्ण अभागम। जिन आत्म तत्त न चीनिया, जिन्हें अपने अंदर नूं नहीं चीनिया, सब फोकट धर्म अबीनिया। अबीनिया मैंने अज्ञानी, अबीनिया मैंने अन्ना। भगत जी कहते सब फोकट, ये तेरे सारे फोकट के कर्म सन, सब फोकट धर्म अबीनिया। अखीर विच कहते कहो बेणी गुरमुख ध्यावै। भगत बेणी जी कहते गुरु के मगर लग के ध्याओ अपने सतगुरु नूं। कहो बेणी गुरमुख ध्यावै, बिन सतगुर बाट ना पावे। बाट मैंने रस्ता, सतगुरु तो बिना रस्ता नहीं समझ आउंदा, सतगुरु तो बिना मार्ग नहीं समझ आउंदा, सतगुरु तो बिना सही रस्ते की सोझी नहीं पैंदी। भगत बेणी जी ने कृपा की है शब्द के राही साडे जीवन नूं इउं कह लईए समुचे शब्द विच। भगत जी कहते हे मनुख तू सचमुच धर्मी हो, सचमुच वो कर्मकार जो गुरु नूं भाउंदे ने, जो बाहरों दिसदा अंदरों भी दिसे, जो अंदरों दिसदा बाहरों भी दिसे। ये शब्द का समुचा भाव है। सतगुरु कृपा करे, ये नहीं कि मैं व्याख्या कर रहा तो मैं सचमुच शब्द के मुताबिक अपने जीवन को ढालिया, नहीं। गुरमुखो कोशिश है, जारी रखनी चाहिए है, यत्न करना चाहिए। गुरु कृपा करे, तुसीं अरदास करो, वाहिगुरू कृपा करे, जो कहने जिंदगी च कमा भी सकीए। ये सतगुरु की असीस मिले, तुहाडी असीस मिले, तां कमाया जा सकदा। सतगुरु रहमत बख्शिश करन। कोट आन कोट शुक्र गुरु ग्रंथ साहिब महाराज जी का। आप सारिया संगतां दा बहुत बहुत धन्यवाद।